ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਕਿਸਾਨੀ ਅੰਦੋਲਨ ਦੇ ਵਿਚਾਲੇ ਜੋ ਹਸ਼ਰ ਬੀਜੇਪੀ ਦਾ ਜਾਂ ਬੀਜੇਪੀ ਦੇ ਲੀਡਰਾਂ ਦਾ ਹੋ ਰਿਹਾ, ਇਸ ਤੋਂ ਇਲਾਵਾ ਹੋਰ ਵੀ ਖਬਰਾਂ ਨੇ ਕਿਸ ਤਰ੍ਹਾਂ ਜਿਹੜਾ ਉਹ ਬੀਜੇਪੀ ਦੇ ਆਗੂਆਂ ਨੂੰ ਭੱਜ ਕੇ ਜਾਨ ਜਿਹੜੀ ਬਚਾਉਣੀ ਪੈ ਰਹੀ ਹੈ ਕਿਸਾਨਾਂ ਦੇ ਕੋਲੋਂ, ਕਿਸਾਨੀ ਸੰਘਰਸ਼ ਜਿਹੜਾ ਉਹ ਕਿਵੇਂ ਅੱਗੇ ਵਧਦਾ ਜਾ ਰਿਹਾ, ਇਹਨਾਂ तमाम ਖਬਰਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਨਾਲੋਂ ਨਾਲ ਖਬਰਾਂ ਚੱਲਦੀਆਂ ਰਹਿਣਗੀਆਂ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ ਜੀ ਤੁਹਾਡਾ ਸੁਖਿੰਦਰ ਜੀ। ਪਰਮਿੰਦਰ ਜੀ, ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ, ਪਹਿਲਾਂ ਆਮ ਆਦਮੀ ਪਾਰਟੀ 'ਚ, ਫਿਰ ਭਾਜਪਾ 'ਚ ਆਏ, ਹੁਣ ਭਾਜਪਾ ਨੂੰ ਵੀ ਛੱਡ ਦਿੱਤਾ। ਕਿਸ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੋਸ ਜਿਹੜਾ ਉਹ ਆਪਾਂ ਦੇਖੀਏ ਕਿ ਬੀਜੇਪੀ ਦੇ ਉੱਤੇ ਲਗਾਤਾਰ ਦਬਾਅ ਵੱਧਦਾ ਜਾ ਰਿਹਾ? ਬਿਲਕੁਲ ਦਬਾਅ ਤਾਂ ਵੈਸੇ ਵਧਣਾ ਵੀ ਚਾਹੀਦਾ ਸੁਖਿੰਦਰ ਜੀ। ਵੈਸੇ ਜਿਹੜੇ ਤਾਂ ਦਲ ਬਦਲ ਕੇ ਜਾਣ ਵਾਲੇ ਲੀਡਰ ਸੀਗੇ, ਉਹਨਾਂ ਦਾ ਇੱਕ ਵੈਸੇ ਜੇ ਆਪਾਂ ਵੈਸੇ ਪੱਖ ਦੇਖਿਆ ਜਾਵੇ ਤਾਂ ਉਹ ਪਹਿਲਾਂ ਵੀ ਬਿਨਾਂ ਕਾਰਨ ਤੋਂ ਆਏ ਆ, ਹੁਣ ਵੀ ਬਿਨਾਂ ਕਾਰਨ ਤੋਂ ਚੱਲੇ। ਹੁਣ ਚਲੋ ਕਿਸਾਨ ਮੋਰਚਾ ਕਹਿ ਲਓ ਚੱਲ ਰਿਹਾ, ਸੰਘਰਸ਼ ਚੱਲ ਰਿਹਾ, ਅੰਦੋਲਨ ਚੱਲ ਰਿਹਾ, ਤਾਂ ਉਹਦੇ 'ਚ ਆਪਣੇ ਜਿਹੜੇ ਹੈਗੇ ਆ ਵੀ ਸਿੰਪਥੀ ਲੈਣ ਲਈ ਜਾਂ ਹਮਦਰਦੀ ਲੈਣ ਲਈ ਜਾਂ ਦੁਬਾਰਾ ਫੇਰ ਚਾਂਸ ਲੈਣ ਲਈ ਲੋਕਾਂ ਨੂੰ ਕਹਿ ਲਓ ਭਰਮਾਉਣ ਦਾ ਯਤਨ ਹੈ, ਹੋ ਸਕਦਾ। ਜਿੱਦਾਂ ਜਿਹੜੇ ਇੱਦਾਂ ਪਾਰਟੀ ਦੇ ਨਾਲ ਪਹਿਲਾਂ ਦੂਜੀ ਪਾਰਟੀ 'ਚ ਸੀਗੇ, ਹੁਣ ਛੱਡ ਕੇ ਬੀਜੇਪੀ ਕੋਲ ਆਏ, ਤਾਂ ਉਹਨਾਂ ਨੂੰ ਪਹਿਲਾਂ ਵੀ ਲਾਲਚ ਸੀ ਵੀ ਕੁਰਸੀ ਸ਼ਾਇਦ ਇੱਧਰੋਂ ਮਿਲ ਜੂਗੀ, ਪਰ ਹੁਣ ਕੁਰਸੀ ਤਾਂ ਕੁਰਸੀ ਇੱਕ ਪਾਸੇ ਦੀ, ਉਹਨਾਂ ਦੀ ਗੱਲ ਵੀ ਨਹੀਂ ਸੁਣੀ ਜਾਂਦੀ ਪਾਰਟੀ 'ਚ ਤਾਂ। ਅਤੇ ਹੁਣ ਅੱਛਾ ਇੱਕ ਕਹਿ ਲਓ ਚਾਂਸ ਮਿਲਿਆ, ਮੌਕਾ ਮਿਲਿਆ। ਇਹ ਗੱਲ ਹੈ ਕਿ ਜਿੱਦਾਂ ਕੁਛ ਨਾ ਕੁਛ ਵੋਟਾਂ ਦਾ ਫਰਕ ਤਾਂ ਪੈਂਦਾ ਹੀ ਹੈ। ਦੂਜਾ, ਸਰਕਾਰ ਦੇ ਉੱਤੇ ਦਬਾਅ ਬਣਨਾ ਵੀ ਜ਼ਰੂਰੀ ਹੈ। ਦੇਖਾ ਦੇਖੀ 'ਚ ਕਈ ਲੰਘ ਚੱਲਦੇ ਨੇ, ਨਿਕਲ ਜਾਂਦੇ ਨੇ, ਉਹਦਾ ਫਰਕ ਤਾਂ ਪੈਂਦਾ ਹੀ, ਹਰ ਇੱਕ ਚੀਜ਼ ਦਾ ਫਰਕ ਪੈਂਦਾ। ਬਾਕੀ ਰਹੀ ਹਰਿੰਦਰ ਖਾਲਸਾ ਹੋਰਾਂ ਦੀ ਗੱਲ, ਤਾਂ ਜਿਵੇਂ ਆਮ ਆਦਮੀ ਪਾਰਟੀ 'ਚ ਪਹਿਲਾਂ ਰਹੇ ਨੇ ਇਹ, ਅਤੇ ਮੇਰੇ ਖਿਆਲ ਨਾਲ ਕਿਸਾਨ ਮੋਰਚੇ ਦੀ ਜਾਂ ਕਿਸਾਨ ਅੰਦੋਲਨ ਦੀ ਗੱਲ ਕਰਕੇ ਇਹ ਆਪਣਾ ਜਿਹੜਾ ਦੁਖੜਾ ਹੈਗਾ ਉਹ ਦਬਾਉਣ ਦਾ ਯਤਨ ਕਰ ਰਹੇ ਆ, ਜਾਂ ਐਂ ਕਹਿ ਲਓ ਕਿ ਲੋਕਾਂ ਸਾਹਮਣੇ ਨਾ ਆਵੇ ਉਹ, ਕਿ ਉਹਨਾਂ ਦੀ ਪਾਰਟੀ ਬੀਜੇਪੀ ਵਿੱਚ ਜਿਹੜੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਲੀਅਰ ਵੀ ਹੋ ਜਾਏਗਾ ਉਹਨਾਂ ਦਾ ਜਿਹੜਾ ਮਕਸਦ ਹੈਗਾ ਪਾਰਟੀ ਛੱਡਣ ਦਾ। ਸੋ ਕਿਤੇ ਨਾ ਕਿਤੇ ਇਹ ਗੱਲ ਆਪਾਂ ਜ਼ਰੂਰ ਕਰ ਸਕਦੇ ਕਿ ਕੁਰਸੀ ਦਾ ਲਾਲਚ ਜਿਹੜਾ ਲਗਾਤਾਰ ਨਿੱਜੀ ਹਿੱਤ ਨੇ ਉਹ ਨਾਲ ਨਾਲ ਚੱਲਦੇ ਨੇ। ਹਾਲਾਂਕਿ ਜਿਹੜਾ ਕਿਸਾਨੀ ਅੰਦੋਲਨ ਹੈ ਨਾ ਸੁਖਵਿੰਦਰ ਜੀ, ਇਹਨੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਫਿਰਕਾ ਪ੍ਰਸਤ ਜਾਂ ਜਿਹੜੇ ਜੁਮਲੇਬਾਜ਼ ਗਾਲੜੀ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਨੇਤਾ ਸੀ ਨਾ, ਉਹਨਾਂ ਨੂੰ ਸਾਰਿਆਂ ਨੂੰ ਖੁੱਡੇ ਲੈਣ ਲਾਤਾ। ਉਹ ਆਪਣਾ ਰਾਹ ਲੱਭਦੇ ਫਿਰਦੇ ਨੇ, ਉਹਨਾਂ ਨੂੰ ਰਾਹ ਨਹੀਂ ਥਿਆਰਿਆ, ਫਿਲਹਾਲ ਲੱਭ ਨਹੀਂ ਰਿਹਾ ਉਹਨਾਂ ਨੂੰ ਵੀ ਕਿਹੜੇ ਪਾਸੇ ਜਾਣ, ਕਿੱਦਾਂ ਦਾ ਬਿਆਨ ਦੇਣ, ਕਿੱਦਾਂ ਦੀ ਗੱਲ ਕਰਨ। ਅਤੇ ਕਿਸਾਨੀ ਅੰਦੋਲਨ ਦੇ ਨੇੜੇ ਲੱਗ ਨਹੀਂ ਸਕਦੇ ਉਹ, ਅਤੇ ਉਹਨਾਂ ਦੇ ਲਈ ਬੜਾ ਔਖਾ ਹੋ ਗਿਆ ਇਹ ਸਮਾਂ ਲੰਘਾਉਣਾ। ਉਹ ਖੁਦ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਜਿਹੜਾ ਹੈਗਾ ਕਿਸਾਨੀ ਅੰਦੋਲਨ ਖਤਮ ਹੋਵੇ ਅਤੇ ਉਹਨਾਂ ਦੀਆਂ ਸੀਟਾਂ ਦੁਬਾਰੇ ਪੱਕੀਆਂ ਹੋਣ, ਉਹਨਾਂ ਦੀਆਂ ਵੋਟਾਂ ਦੁਬਾਰੇ ਪੱਕੀਆਂ ਹੋਣ, ਉਹਨਾਂ ਦੀ ਕੁਰਸੀ ਦੁਬਾਰੇ ਪੱਕੀ ਹੋਵੇ, ਉਹਨਾਂ ਦੀ ਟਿਕਟ ਦੁਬਾਰਾ ਪੱਕੀ ਹੋਵੇ, ਕਿਤੇ ਲਾਂਭੇ ਹੀ ਨਾ ਕਰ ਦੇਣ ਲੋਕ। ਜੇ ਕਿਸਾਨ ਪਾਰਟੀ ਬਣਾ ਕੇ ਕਿਤੇ, ਅਤੇ ਉਹ ਤਾਂ ਜਮੇ ਖਤਮ ਹੋ ਜਾਣੇ। ਉਹ ਤਾਂ ਹੋਣਗੇ ਜਿਹੜੇ ਵੱਡੇ ਆਹ ਲਗਾਤਾਰ ਵਾਰੀ ਸਿਰ ਆਉਂਦੇ ਨੇ, ਇੱਕ ਦੂਜੇ ਨਾਲ ਸਮਝੌਤੇ ਕਰਕੇ, ਕੰਪਰੋਮਾਈਜ਼ ਕਰਕੇ, ਜਾਂ ਇੱਕ ਦੂਜੇ ਨੂੰ ਸੱਤਾ ਦੇ ਵਿੱਚ ਬਿਠਾਉਣ ਦੇ ਆਪਾਂ ਵਾਅਦੇ ਕਰਕੇ, ਜਾਂ ਉਹਨਾਂ ਦਾ ਸਾਥ ਦੇ ਕੇ ਆਪਣੇ ਆਪ ਹੀ ਪਾਰਟੀਆਂ ਬਣਾ ਕੇ ਆਪ ਹੀ ਸੱਤਾ ਹਾਸਲ ਕਰ ਲੈਂਦੇ ਨੇ, ਉਹਨਾਂ ਨੂੰ ਵੀ ਬੜਾ ਔਖਾ ਹੋ ਜਾਊਗਾ। ਬਿਲਕੁਲ। ਦੂਜੀ ਗੱਲ ਇਹ, ਜਿਵੇਂ ਆਪਾਂ ਦੇਖਿਆ ਕਿ ਤਸਵੀਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਬੀਜੇਪੀ ਦੇ ਲੀਡਰਾਂ ਦਾ, ਐਂ ਕਹਿ ਲਓ ਕਿ ਗਲੀ ਗਲੀ ਦੇ ਵਿੱਚ ਵਿਰੋਧ ਹੋ ਰਿਹਾ। ਕਿਤੇ ਵੀ ਉਹ ਕੱਲ੍ਹ ਇੱਕ ਪ੍ਰੋਗਰਾਮ ਕੀਤਾ, ਉਹਦੇ ਵਿੱਚ ਵੀਡੀਓਜ਼ ਵਾਇਰਲ ਹੋ ਰਹੀਆਂ ਕਿ ਕੰਧਾਂ ਟੱਪ ਕੇ ਭੱਜਣਾ ਪੈ ਰਿਹਾ। ਹੋਣਾ ਹਸ਼ਰ ਤਾਂ ਆਹੀ ਹੈ, ਜਦੋਂ ਲੋਕਤੰਤਰ ਦੀ ਗੱਲ ਕਰਨ ਵਾਲੇ ਬੰਦੇ ਜਦੋਂ ਆਪਣਾ ਸਾਰਾ ਕੁਛ ਸੌਂਪ ਦਿੰਦੇ ਨੇ, ਸੱਤਾ 'ਤੇ ਬਿਠਾ ਦਿੰਦੇ ਨੇ, ਜਿਹੜੇ ਲੋਕਤੰਤਰ ਦਾ ਥੰਮ ਨੇ, ਜਿਨ੍ਹਾਂ ਨਾਲ ਲੋਕਤੰਤਰ ਚੱਲਦਾ, ਉਹ ਕੁਛ ਬੰਦਿਆਂ ਨੂੰ ਚੁਣ ਕੇ ਉੱਪਰ ਕੁਰਸੀ 'ਤੇ ਬਿਠਾ ਦਿੰਦੇ ਨੇ, ਆਪਣੇ ਸਿਰਾਂ ਦਾ ਤਾਜ ਉਹਨਾਂ ਨੂੰ ਬਖਸ਼ ਦਿੰਦੇ ਨੇ, ਆਪ ਉਹ ਉਹਨਾਂ ਦੇ ਅੰਡਰ ਕੰਮ ਕਰਨਾ ਲੋਚਦੇ ਨੇ। ਜਦੋਂ ਫਿਰ ਉੱਠ ਖੜੇ ਹੁੰਦੇ ਨੇ, ਫਿਰ ਜਿਹੜੇ ਬੰਦੇ ਆਪਾਂ ਕਹਿ ਸਕਦੇ ਕਿ ਨਲਾਇਕੀਆਂ ਕਰਦੇ ਨੇ, ਜਾਂ ਜਿਨ੍ਹਾਂ ਨੇ ਧੋਖੇ ਕਰਨੇ ਹੁੰਦੇ ਨੇ, ਜਾਂ ਜਿਹੜੇ ਗਦਾਰੀਆਂ ਕਰਦੇ ਨੇ, ਉਹਨਾਂ ਨੂੰ ਭੱਜਣਾ ਤਾਂ ਪੈਂਦਾ ਹੀ ਆ। ਅਤੇ ਉਹ ਹਾਲ ਹੁਣ ਬੀਜੇਪੀ ਦਾ ਪੰਜਾਬ 'ਚ ਹੋ ਰਿਹਾ। ਪੰਜਾਬ ਦੇ ਵਿੱਚ ਇਕੱਲਾ ਪੰਜਾਬ ਨਹੀਂ, ਤੁਸੀਂ ਕੱਲ੍ਹ ਦੇਖਿਆ ਹੀ ਹੋਊਗਾ, ਪਰਸੋਂ ਜਿਹੜੇ ਝਾਰਖੰਡ ਤੋਂ ਕਿਸਾਨ ਆ ਰਹੇ ਸੀਗੇ, ਜਾਂ ਯੂਪੀ ਤੋਂ ਕਿਸਾਨਾਂ ਨੂੰ ਕਿਵੇਂ ਰੋਕਿਆ ਗਿਆ। ਪੁਲਿਸ ਕਿੱਥੋਂ ਰੋਕੂਗੇ? 4-4, 5-5 ਹਜ਼ਾਰ ਪੁਲਿਸ ਬੰਦਾ ਲਾ ਕੇ, ਕਰਮਚਾਰੀ ਲਾ ਕੇ, ਅਤੇ ਉਹਨਾਂ ਨੂੰ ਬੈਰੀਕੇਡ ਲਾ ਕੇ, ਜਾਂ ਟਰੱਕ ਖੜਾ ਕੇ ਵੱਡੇ ਹਾਈਵੇ ਜਾਮ ਕੀਤੇ ਗਏ ਆ ਵੀ ਕਿਸਾਨ ਦਿੱਲੀ ਵੱਲ ਨੂੰ ਨਾ ਕੂਚ ਕਰਨ। ਕਿਹਨਾਂ ਨੂੰ ਰੋਕੋਗੇ? ਕੱਲ੍ਹ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਉਹ ਸੀਗਾ ਬਿਆਨ ਸੀਗਾ, ਤੁਸੀਂ ਸੰਬੋਧਨ ਸੁਣਿਆ ਹੀ ਹੋਊਗਾ,
ਭਾਸ਼ਣ ਸੁਣਿਆ ਹੀ ਹੋਊਗਾ। ਕੇਰਲ ਦੀ ਗੱਲ ਕਰਦੇ ਆ, ਤੇ ਬਾਕੀ ਦੇਸ਼ ਦੇ ਕਿੱਥੇ ਗਏ ਲੋਕ ਬਈ? ਤੁਸੀਂ ਕੇਰਲ ਤੋਂ ਲੜਦੇ ਹੋ, ਤੁਸੀਂ ਕੇਰਲ ਤੁਹਾਨੂੰ ਜਿੱਤ ਕੇ ਭੇਜਦਾ, ਜਾਂ ਉੱਥੋਂ ਦੇ ਕਿਸਾਨਾਂ ਦੀ ਹਾਲਤ ਤੁਸੀਂ ਦੇਖੀ ਆ? ਤੁਸੀਂ ਉਹਨਾਂ ਹੁਣ ਪਹਿਲਾਂ ਦੱਖਣ ਵਾਲੇ ਪਾਸੇ ਦੀ ਗੱਲ ਕਰਦੇ ਸੀ, ਹੁਣ ਦੱਖਣ ਵਾਲੇ ਪਾਸੇ ਦੇ ਜਦੋਂ ਆਉਣ ਲੱਗੇ ਕਿਸਾਨ, ਵੱਡਾ ਹੋ ਗਿਆ ਹੋਰ ਅੰਦੋਲਨ, ਹੁਣ ਇੱਕ ਸਟੇਟ ਫੜਨ ਲੱਗ ਗਏ। ਹੁਣ ਫਿਰ ਕਹਿਣਗੇ ਜੀ ਇਹ ਤਾਂ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਆ ਜਾਂ ਹੋਰ ਸਰਕਾਰਾਂ ਨੇ ਦੂਜੀਆਂ, ਉਹ ਭੜਕਾ ਰਹੀਆਂ ਨੇ, ਉੱਥੋਂ ਦੇ ਨੇ। ਤੇ ਹੁਣ ਤਾਂ ਹਰਿਆਣੇ ਦੀ ਗੱਲ ਕਰਦੇ ਸੀ, ਸਭ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਦੇਖ ਲਓ ਤੁਸੀਂ, ਖੱਟਰ ਦਾ ਕੀ ਕੀਤਾ ਉਹਨਾਂ ਨੇ, ਲੋਕਾਂ ਨੇ ਆ ਟੋਲ ਬੰਦ ਪਏ ਨੇ। ਖੱਟਰ ਕਹਿੰਦਾ ਕਿ ਸਾਡੇ ਹਰਿਆਣੇ ਦੇ ਲੋਕ ਅੰਦੋਲਨ 'ਚ ਸ਼ਾਮਲ ਨਹੀਂ, ਆ ਟੋਲ ਪਲਾਜ਼ੇ ਹਰਿਆਣੇ ਦੇ ਕਿਹਨੇ ਬੰਦ ਕਰਤੇ? ਫਿਰ ਕਿਸਾਨਾਂ ਨੇ ਨਾਲੇ ਇਹ ਵੀ ਕਹਿ ਦਿੱਤਾ ਨਾ ਕਿ ਹਰਿਆਣੇ ਦੇ ਵਿੱਚ ਵੀ ਜਿਹੜਾ ਦੁਸ਼ਯੰਤ ਚੌਟਾਲਾ ਤੇ ਬੀਜੇਪੀ ਹੈ, ਉਹਨਾਂ ਦਾ ਅਸੀਂ ਬਾਈਕਾਟ ਕਰਕੇ ਉਹਨਾਂ ਦਾ ਵਿਰੋਧ ਕਰਾਂਗੇ ਹਰੇਕ ਸਮਾਗਮ ਦਾ। ਬਿਲਕੁਲ। ਉਹ ਦੇਖੋ, ਦੁਸ਼ਯੰਤ ਚੌਟਾਲਾ ਜਿਹੜਾ ਹੈ ਉਹ ਬਾਰ-ਬਾਰ ਇਹੀ ਗੱਲ ਕਰੀ ਜਾਂਦਾ ਕਿ ਜਦੋਂ MSP ਨਹੀਂ ਦਊਗੀ ਸਰਕਾਰ, ਅਸੀਂ ਉਦੋਂ ਸਮਰਥਨ ਵਾਪਸ ਲੈ ਲਾਂਗੇ ਸਰਕਾਰ ਤੋਂ। ਤੇ ਸਮਰਥਨ ਵਾਪਸ ਪਹਿਲਾਂ ਕਿਉਂ ਨਹੀਂ ਲੈ ਰਹੇ? ਵੋਟਾਂ ਤੁਸੀਂ ਲੋਕਾਂ ਤੋਂ ਲਈਆਂ ਨੇ, ਠੀਕ ਹੈ, ਤੂੰ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਲੋਕ ਵੀ ਇਹ ਬਕਾਇਦਾ ਤੌਰ 'ਤੇ ਕਹਿੰਦੇ ਨੇ ਕਿ ਅਸੀਂ ਭਾਜਪਾ ਨੂੰ ਹਰਾਉਣ ਵਾਸਤੇ ਇਹਨਾਂ ਪਾਰਟੀਆਂ ਦਾ ਤੇ ਆਜ਼ਾਦਾਂ ਨੂੰ ਜਿਤਾਇਆ ਸੀਗਾ। ਇਹ ਜਾ ਕੇ ਫਿਰ ਉਹਨਾਂ ਦੀ ਝੋਲੀ 'ਚ ਬੈਠ ਗਏ। ਉਹ ਵੀ ਉਡੀਕ ਕਰਦੇ ਹੋਏ ਨੇ ਨਾ, ਕੀ ਪਤਾ ਲੱਗਦਾ ਕਿਸਾਨਾਂ ਦਾ ਸਮਝੌਤਾ ਹੋ ਜਾਏ ਤੇ ਸਾਡੀ ਸੀਟ ਵੀ ਬਚੀ ਰਹੇ। ਨਹੀਂ, ਉਹ ਤਾਂ ਦੇਖੋ ਸਾਰੀ, ਤੁਸੀਂ ਇੱਕ ਨਿਗਾਹ ਮਾਰੋ ਪੂਰੇ, ਆਪਾਂ ਦੂਰ ਨਾ ਜਾਈਏ, ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਹਰਿਆਣੇ ਦੀ ਨੇੜਲੀਆਂ ਸਟੇਟਾਂ ਨੇ ਜਿਹੜੀਆਂ ਬਿਲਕੁਲ ਨਾਲ ਲੱਗਦੀਆਂ ਨੇ, ਜਿਨ੍ਹਾਂ ਤੋਂ ਸੰਘਰਸ਼ ਸ਼ੁਰੂ ਹੋਇਆ, ਜਿਨ੍ਹਾਂ ਤੋਂ ਸਭ ਤੋਂ ਵੱਧ ਕਿਸਾਨ ਪ੍ਰਭਾਵਿਤ ਹੋਣਗੇ ਜਾਂ ਲੋਕ ਪ੍ਰਭਾਵਿਤ ਹੋਣਗੇ ਸਭ ਤੋਂ ਵੱਧ, ਕਿਉਂਕਿ ਇੱਥੇ MSP ਸੀ। ਤੇ ਉਹਨਾਂ ਲੋਕਾਂ ਨੂੰ ਦੇਖੋ ਤੁਸੀਂ, ਉਹਨਾਂ ਸਟੇਟਾਂ ਦੇ ਲੋਕਾਂ ਨੂੰ ਦੇਖੋ, ਉਹਨਾਂ ਲੋਕਾਂ ਨੂੰ ਦੇਖੋ ਜਿਹੜੇ ਲੋਕ ਇੱਥੇ ਸੱਤਾ ਦੇ ਵਿੱਚ ਕਾਬਜ਼ ਰਹਿੰਦੇ ਸੀ ਜਾਂ ਸੱਤਾ ਦੇ ਵਿੱਚ ਕਾਬਜ਼ ਨੇ, ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ। ਉਹਨਾਂ ਨੂੰ ਕਿਤੇ ਥਾਂ ਨਹੀਂ ਮਿਲ ਰਹੀ, ਉਹਨਾਂ ਨੂੰ ਸੁਰਖੀਆਂ 'ਚ, ਅਖਬਾਰਾਂ ਦੀਆਂ 'ਚ, ਮੀਡੀਆ 'ਚ ਕਿਤੇ ਥਾਂ ਨਹੀਂ ਮਿਲ ਰਹੀ, ਉਹਨਾਂ ਨੂੰ ਲੋਕਾਂ ਦੀ ਸਟੇਜਾਂ 'ਤੇ ਨਹੀਂ ਥਾਂ ਮਿਲ ਰਹੀ। ਉਹ ਕਿਤੇ ਡਰਾਮੇਬਾਜ਼ੀਆਂ ਕਰਦੇ, ਕਿਤੇ ਧਰਨਾ ਲਾ ਦਿੰਦੇ ਨੇ, ਕਿਤੇ ਕੁਛ ਕਹਿ ਦਿੰਦੇ ਨੇ, ਕਦੇ ਕੁਛ ਕਹਿ ਦਿੰਦੇ ਨੇ। ਮਤਲਬ ਐਂ ਕਹਿ ਲਓ ਜਿਵੇਂ ਬਈ ਦਿਮਾਗੀ ਸੰਤੁਲਨ ਜਿਵੇਂ ਵਿਗੜ ਜਾਂਦਾ, ਉੱਦਾਂ ਦੇ ਬਿਆਨ ਦਾਗਣ 'ਤੇ ਆ ਜਾਂਦੇ ਨੇ। ਉਹ ਬਿਆਨ ਦਾਗ ਕੇ ਸਿਰਫ ਇਹ ਗੱਲ ਕਰਦੇ ਨੇ ਕਿ ਸਾਨੂੰ ਕਿਤੇ ਨਾ ਕਿਤੇ ਥਾਂ ਤਾਂ ਮਿਲ ਜੇ। ਕਦੇ ਕਿਸਾਨਾਂ ਨੂੰ ਕੁਛ ਕਹਿ ਦਿੰਦੇ ਨੇ, ਕਦੇ ਕਿਸਾਨਾਂ ਨੂੰ ਕੁਛ ਕਹਿ ਦਿੰਦੇ ਨੇ। ਉਹ ਭਾਈ ਅੰਦੋਲਨ ਕਿਸਾਨਾਂ ਦਾ, ਗੱਲ ਇੱਕੋ ਹੀ ਹੈ, ਉਹਨਾਂ ਦੀ ਮੰਗ ਇੱਕੋ ਹੀ ਹੈ, ਤੁਸੀਂ ਨਾਲ ਖੜ ਜਾਓ, ਅਸਤੀਫੇ ਦੇ ਕੇ ਪਰੇ ਹੋ ਜਾਓ, ਸਰਕਾਰ ਡੇਗ ਦਿਓ, ਪਰੇ ਹੋ ਜਾਓ। ਬੀਜੇਪੀ ਨੂੰ ਕਿਹੜਾ ਸੱਤਾ ਨਹੀਂ ਚਾਹੀਦੀ ਪੰਜਾਬ ਦੇ ਵਿੱਚ? ਬੀਜੇਪੀ ਆਗੂਆਂ ਨੂੰ ਕੁਰਸੀ ਨਹੀਂ ਚਾਹੀਦੀ ਕਦੇ? ਤੇ ਪਤਾ ਨਹੀਂ ਕਿਹੜੇ ਲਾਲਚ ਨੂੰ। ਤੁਸੀਂ ਇੱਕ ਗੱਲ ਦੇਖੋ, ਤੁਸੀਂ ਬੀਜੇਪੀ ਦੇ ਜਿਹੜੇ ਆਗੂ ਨੇ, ਪਹਿਲਾਂ ਜਿਵੇਂ ਜਿਆਣੀ ਬੋਲਦੇ ਰਹੇ ਆ, ਵੀ ਜਿਆਣੀ ਨੇ ਸਿਰ ਚੱਕਿਆ ਸੀਗਾ, ਤੇ ਥੋੜਾ ਜਿਹੜਾ ਐਂ ਕਹਿ ਲਓ ਕਿ ਹਰਜੀਤ ਗਰੇਵਾਲ ਜਿਵੇਂ ਹੁਣ ਬਿਲਕੁਲ ਹੀ ਅਗੇਂਸਟ ਹੋ ਗਏ ਕਿਸਾਨਾਂ ਦੇ, ਹੈ ਨਾ। ਜਿਆਣੀ ਨੇ ਥੋੜਾ ਜਿਹਾ ਸਿਰ ਚੱਕਿਆ ਸੀ। ਉੱਥੇ ਜਾ ਕੇ, ਦਿੱਲੀ ਜਾ ਕੇ, ਕਿਹੜੀ ਗਿੱਦੜ ਸਿੰਘੀ ਸਿੰਘਾਉਂਦੇ ਨੇ ਇਹਨਾਂ ਆਗੂਆਂ ਨੂੰ ਵੀ ਇਹ ਲੋਕ ਸੱਤਾ ਦਾ ਲਾਲਚ ਵੀ ਛੱਡ ਦਿੰਦੇ ਨੇ। ਐਸਾ ਕਿਹੜਾ ਲਾਲਚ ਹੈ ਇਹਨਾਂ ਨੂੰ ਵੀ ਲੋਕਾਂ ਨੂੰ ਪਰੇ ਕਰਕੇ, ਲੋਕਾਂ ਨੂੰ ਠੇਪੀ ਲਾ ਕੇ, ਲੋਕਾਂ ਨੂੰ ਖਤਮ ਕਰਕੇ ਸਾਹ ਲੈਣ ਲਈ ਇਹ ਤਿਆਰ ਨੇ, ਔਰ ਬਿਆਨ ਦਾਗੀ ਜਾ ਰਹੇ ਨੇ। ਇਹਨਾਂ ਨੂੰ ਮਤਲਬ ਐਸਾ ਪੈਸਾ ਕੋਈ, ਜਾਂ ਐਸੀ ਕੋਈ ਕੁਰਸੀ ਦਾ ਲਾਲਚ ਹੈ, ਜਾਂ ਕੋਈ ਹੋਰ ਚੀਜ਼ ਦਾ ਲਾਲਚ ਹੈ ਜਿਹੜਾ ਇੰਨਾ ਕੰਟਰੋਲ ਕਰ ਲੈਂਦਾ ਕਿ ਇਹਨਾਂ ਨੂੰ ਉੱਥੇ ਬੱਚੇ, ਬੀਬੀਆਂ, ਬਜ਼ੁਰਗ, ਨੌਜਵਾਨ, ਕਿਸਾਨ ਇੰਨੀ ਠੰਡ ਦੇ ਵਿੱਚ, ਕੜਕੜੀ ਠੰਡ ਦੇ ਵਿੱਚ ਤੜਫਦੇ ਦਿਖ ਹੀ ਨਹੀਂ ਰਹੇ। ਬਿਲਕੁਲ ਇੱਦਾਂ ਮੰਨ ਲਈਏ ਕਿ ਸਿਆਸਤ ਦੇ ਨਸ਼ੇ ਵਿੱਚ ਅੰਨੇ ਹੋ ਜਾਂਦੇ ਨੇ ਲੀਡਰ। ਜਦੋਂ ਜੇ ਹੁਣ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ, ਅਕਾਲੀ ਦਲ ਜਿਹੜਾ ਉਹ ਲਗਾਤਾਰ ਉਹ ਵੀ ਹੱਥ ਪੈਰ ਮਾਰ ਰਿਹਾ, ਭਾਵੇਂ ਕਾਂਗਰਸ ਵਾਲੇ ਜਾ ਕੇ ਉੱਥੇ ਜੰਤਰ ਮੰਤਰ ਤੇ ਧਰਨਾ ਦੇ ਰਹੇ ਨੇ, ਤੇ ਇੱਧਰਲੇ ਪਾਸੇ ਅਕਾਲੀ ਦਲ ਵੱਲੋਂ ਜਿਹੜੀਆਂ ਖੇਤਰੀ ਪਾਰਟੀਆਂ, ਹੁਣ ਉਹਨਾਂ ਨੂੰ ਪੰਜਾਬ ਦੀ ਗੱਲ, ਸੂਬਿਆਂ ਦੀ ਗੱਲ ਹੁਣ ਚੇਤੀ ਆਈ ਹੈ, ਇੰਨੇ ਸਾਲ ਮਲਾਈਆਂ ਖਾ ਕੇ। ਉਹਨੂੰ ਕਿੱਦਾਂ ਦੇਖਦੇ ਹੋ? ਬਾਦਲ ਸਾਹਿਬ ਕਹਿੰਦੇ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਕੋਈ ਨਾ ਕੋਈ ਮੀਟਿੰਗਾਂ ਕਰਨ ਜਾ ਰਹੇ ਨੇ, ਕੇਂਦਰ ਨੂੰ ਕੋਈ ਝਟਕਾ ਦੇ ਸਕਦੇ ਨੇ, ਜਿਵੇਂ ਉਹਨਾਂ ਦੀ ਬੋਲੀ ਹੁੰਦੀ ਹੈ। ਹੁਣ ਇਹ ਤਾਂ ਐਂ ਕਿ ਪਰਦੇ ਪਾਉਣ ਵਾਲੀ ਗੱਲ ਕਰਦੇ ਆ ਇਹ। ਹੁਣ ਖੇਤਰੀ ਪਾਰਟੀਆਂ ਨੂੰ ਲੈ ਕੇ, ਜਿਹੜਾ ਨਾਲ ਲੈ ਕੇ ਤੁਸੀਂ ਗੱਲ ਕਰਦੇ ਹੋ ਕਿ ਪਾਰਟੀ ਮੀਟਿੰਗਾਂ ਕਰਨਗੇ ਜਾਂ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨੀ ਜਾਂ ਵੱਡੇ ਲੈਵਲ 'ਤੇ ਜਾਣ ਦੀ ਸੋਚਦੇ ਨੇ। ਪੰਜਾਬ ਦੇ ਵਿੱਚ ਅਕਾਲੀ ਦਲ ਦੀ ਪੁੱਛ ਪ੍ਰਤੀਤ ਸੀ ਜਿਹੜੀ ਉਹ ਗਵਾ ਚੁੱਕਿਆ ਫਿਲਹਾਲ ਦੀ ਘੜੀ। ਅੱਜ ਦੀ ਘੜੀ 'ਚ ਇਹ ਆ ਉਹਨਾਂ ਦੀ, ਫਿਲਹਾਲ ਜਿਵੇਂ ਬੀਜੇਪੀ ਖਤਮ ਹੋਈ ਹੈ ਪੰਜਾਬ ਦੇ ਵਿੱਚ, ਐਵੇਂ ਅਕਾਲੀ ਦਲ ਫਿਲਹਾਲ ਕਿਸਾਨੀ ਮੁੱਦੇ ਦੇ ਉੱਤੇ ਵੀ ਖਤਮ ਹੋਇਆ। ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ, ਉਹਨਾਂ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਆਪਣੀ ਸ਼ਾਖ ਗਵਾਈ। ਹੁਣ ਕਿਸਾਨੀ ਬਿੱਲਾਂ ਦਾ ਉਹਨਾਂ ਦਾ ਪੱਖ ਪੂਰ ਕੇ ਆਪਣੀ ਸ਼ਾਖ ਗਵਾ ਲਈ ਹੈ। ਹੁਣ ਇਹਨਾਂ ਨੂੰ ਠਾਹ ਟਿਕਾਣਾ ਤਾਂ ਲੱਭਣਾ ਹੀ ਪੈਣਾ ਨਾ। ਹੁਣ ਉਸ ਦੇ ਚੱਕਰ ਦੇ ਵਿੱਚ ਫਿਰਦੇ ਨੇ ਇਹ, ਕਦੇ ਕੋਈ ਬਿਆਨ ਦੇ ਦਿੰਦੇ, ਕਦੇ ਆਪ ਮੂਹਰੇ ਹੋ ਜਾਂਦੇ, ਕਿ ਟਰੈਕਟਰ ਟਰਾਲੀਆਂ ਲੈ ਕੇ ਨਿਕਲ ਜਾਂਦੇ ਨੇ।
ਹਾਲੇ ਫਿਲਹਾਲ ਲੋਕ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ। ਪਰਮਿੰਦਰ ਸਿੰਘ ਜੀ, ਇੱਕ ਹੋਰ ਜਿਵੇਂ ਆਪਾਂ ਸਿਆਸਤ ਦੀ ਜਦੋਂ ਗੱਲ ਕਰ ਰਹੇ ਹਾਂ ਤਾਂ ਸੁਰਜੀਤ ਕੁਮਾਰ ਜਿਆਣੀ ਜਿਵੇਂ ਤੁਸੀਂ ਗੱਲ ਕੀਤੀ, ਉਹ ਲਗਾਤਾਰ ਇਸ ਮਸਲੇ ਨੂੰ ਲੈ ਕੇ ਦਿੱਲੀ ਦੇ ਨਾਲ ਕੇਂਦਰ ਦੇ ਵਿੱਚ ਭਾਵੇਂ ਆਪਾਂ ਕਹਿ ਦਿੰਦੇ ਹਾਂ ਕਿ ਕਿਹੜੀ ਗਿੱਦੜ ਸਿੰਘੀ ਹੈ ਜਿਹੜੀ ਉੱਥੇ ਮਜਬੂਰ ਕਰ ਦਿੰਦੀ ਹੈ, ਪਰ ਹੁਣ ਕਿਤੇ ਨਾ ਕਿਤੇ ਉਹ ਵੀ ਪੈਰ ਪਿੱਛੇ ਖਿੱਚਦੇ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕੀ ਕਹਿਣਾ? ਤਾਜ਼ਾ ਬਿਆਨ ਜਿਹੜਾ ਉਹ ਵਾਹਵਾ ਚਰਚਾ ਵਿੱਚ। ਤਾਜ਼ਾ ਬਿਆਨ ਤਾਂ ਜਿਆਣੀ ਦਾ ਹੀ ਆ ਰਿਹਾ ਕਿ 4 ਨੇਤਾ ਮੇਰੇ ਨਾਲ ਚੱਲ ਜਾਣ ਤੇ ਮੈਂ ਮਸਲਾ ਹੱਲ ਕਰਵਾ ਦੂੰਗਾ, ਮਸਲਾ ਹੱਲ ਕਰਵਾ ਕੇ ਮੁੜੂ, ਜੇ ਨਾ ਹੋਇਆ ਮੈਂ ਰਾਜਨੀਤੀ ਛੱਡ ਦੂੰ। ਮੈਂ ਇਹਨਾਂ ਨੂੰ ਇਹੀ ਪੁੱਛਣਾ ਚਾਹੁੰਦਾ ਕਿ ਇਹਨਾਂ ਨੂੰ ਪਹਿਲੀ ਤਾਂ ਗੱਲ ਇਹ ਹੈ ਕਿ ਇਹਨਾਂ ਨੂੰ ਪਤਾ ਮਸਲਾ ਕੀ ਹੈ। ਇਹ ਗੱਲਾਂ ਦਾ ਮਾਰੀ ਜਾਂਦੇ ਨੇ। ਇਹ ਉੱਦਾਂ ਰਿਲਾਇੰਸ ਰਿਟੇਲ ਜਿਹੜਾ ਹੈਗਾ ਉਸ ਨਾਲ, ਉਹ ਉਸ ਕੰਪਨੀ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਹੜੀ ਅਬਾਨੀ ਦੀ ਹੈਗੀ ਹੈ। ਜਿੱਦਾਂ ਤੁਸੀਂ ਪਹਿਲਾਂ ਸੋਚਿਆ ਹੋਊਗਾ ਜਾਂ ਪੜ੍ਹਿਆ ਹੋਊਗਾ, ਉਹਦੇ ਵਿੱਚ ਇਹੀ ਸੀਗਾ ਕਿ ਜਿਹੜਾ ਇਹਨਾਂ ਦੀ ਰਿਲਾਇੰਸ ਦੀ ਜਿਹੜੀ ਸਭ ਤੋਂ ਵੱਡੀ ਵਪਾਰ ਕਹਿ ਲਓ ਜਿਹੜਾ ਹੈਗਾ ਉਹ ਹੈਗਾ ਪੈਟਰੋਕੈਮੀਕਲ ਦਾ ਜਿਹੜਾ ਹੈਗਾ ਇੰਡਸਟਰੀ ਹੈ, ਆਇਲ ਬੇਸਡ ਇੰਡਸਟਰੀ ਹੈ। ਜਿਹੜੀ ਆਇਲ ਬੇਸਡ ਇੰਡਸਟਰੀ ਜਿਹੜੀ ਹੁਣ ਪੈਰਿਸ ਦੇ ਵਿੱਚ 196 ਦੇਸ਼ਾਂ ਦਾ ਜਿਹੜਾ ਐਗਰੀਮੈਂਟ ਹੋਇਆ ਸੀ, ਉਹਦੇ ਵਿੱਚ ਸੀਗਾ ਵੀ ਆਇਲ ਇੰਡਸਟਰੀ ਜਿਹੜੀ ਹੌਲੀ ਹੌਲੀ 10-20 ਸਾਲਾਂ ਦੇ ਵਿੱਚ ਖਤਮ ਕਰੀ ਜਾਵੇ। ਉਹ 'ਚ ਇਹ ਐਗਰੀਮੈਂਟ 'ਚ ਸਾਈਨ ਹੋਏ ਹੋਏ ਨੇ, ਠੀਕ ਹੈ। ਬਾਹਰਲੇ ਲੋਕਾਂ ਦਾ ਜਿਹੜਾ ਹੈਗਾ ਇਹਦੇ 'ਚ 33% ਸ਼ੇਅਰ ਹੈਗਾ ਜਿਹੜੀ ਰਿਟੇਲ ਦੀ ਹੈਗੀ ਇਹਦੇ 'ਚ ਰਿਲਾਇੰਸ ਦੀ। ਅਤੇ ਉਹਦੇ ਵਿੱਚ ਕੀ ਹੈ, ਹੁਣ ਉਹ ਆਇਲ ਇੰਡਸਟਰੀ ਖਤਮ ਹੋ ਰਹੀ ਹੈ ਲਗਾਤਾਰ। ਜਦੋਂ ਤੁਸੀਂ ਰਿਲਾਇੰਸ ਆਇਲ ਇੰਡਸਟਰੀ ਦਾ ਤੁਸੀਂ ਗ੍ਰਾਫ ਦੇਖੋਗੇ, ਲਗਾਤਾਰ ਉਹਦੀ ਜਿਹੜੀ ਰੈਵਨਿਊ ਆ ਘਟਦਾ ਜਾ ਰਿਹਾ। ਅਤੇ ਹੁਣ ਇਹ ਗਰੀਨ ਐਨਰਜੀ 'ਤੇ ਪੂਰਾ ਵਰਲਡ ਜਿਹੜਾ ਕੰਮ ਕਰ ਰਿਹਾ, ਉਹ ਚਾਹੁੰਦਾ ਕਿ ਜਿਹੜਾ ਤੇਲ ਦਾ ਬਾਲਣ ਉਹਨੂੰ ਰੋਕਿਆ ਜਾਵੇ ਕਿਤੇ ਨਾ ਕਿਤੇ, ਠੀਕ ਹੈ। ਤਾਂ ਰਿਟੇਲ ਦੇ ਵਿੱਚ ਆਹ ਚੀਜ਼ ਤੋਂ ਦਿਖਦਾ, ਅੰਨ ਦਿਖਦਾ ਇਹਨਾਂ ਨੂੰ। ਉਹ ਸਭ ਤੋਂ ਵੱਡੀ ਇੰਡਸਟਰੀ ਹੈ, ਉਹ ਕਦੇ ਨਾ ਖਤਮ ਹੋਣ ਵਾਲੀ ਇੰਡਸਟਰੀ ਹੈ। ਇਹ ਜੇ ਪੈਟਰੋਕੈਮੀਕਲ ਵਾਲਾ ਪਾਸਾ ਇਹਨਾਂ ਦਾ ਖਤਮ ਹੁੰਦਾ ਜਾ ਰਿਹਾ, ਰੈਵਨਿਊ ਘਟਦਾ ਜਾ ਰਿਹਾ, ਤਾਂ ਇਹਨਾਂ ਕੋਲ ਦੂਜਾ ਵਪਾਰ ਕੋਈ ਨਹੀਂ। ਅਤੇ ਇਹ ਇਸ ਕਰਕੇ ਰਿਟੇਲ ਵਾਲੇ ਪਾਸੇ ਤੁਰੇ ਹੋਏ ਨੇ। ਇਹ ਇਹਨਾਂ ਨੇ ਸਾਰਾ ਹੌਲੀ ਹੌਲੀ ਕੈਪਚਰ ਕਰਨਾ। ਇਹ ਸਰਕਾਰ ਜਿਹੜੀ ਹੈਗੀ ਆ, ਇਹ ਇਸ ਚੀਜ਼ ਦਾ ਸਾਥ ਦੇ ਰਹੀ ਹੈ। ਇਸ ਚੀਜ਼ ਨੂੰ ਇਹ ਕਿਵੇਂ ਲੁਕਾਉਣਗੇ ਲੋਕਾਂ ਤੋਂ, ਕਿਵੇਂ ਉਹਨੂੰ ਸਾਹਮਣੇ ਲੈ ਕੇ ਆਉਣਗੇ, ਕਿਵੇਂ ਕਿਸਾਨਾਂ ਨੂੰ ਮਨਾਉਣਗੇ ਇਸ ਚੀਜ਼ ਬਾਰੇ। ਕਿਉਂਕਿ ਕਿਸਾਨ ਨਹੀਂ, ਇਕੱਲਾ ਕਿਸਾਨ ਨਹੀਂ, ਜਿਹੜਾ ਰਿਟੇਲਰ ਹੈ ਉਹ ਵੀ ਖਤਮ ਹੋਏਗਾ, ਵਪਾਰ ਸਾਰਾ ਖਤਮ ਹੋਏਗਾ। ਇਹ 10-15 ਸਾਲ ਤੋਂ ਬਾਅਦ ਜਿਹੜਾ ਅਸਰ ਹੈ ਇਹਨਾਂ ਕਾਨੂੰਨਾਂ ਦਾ, ਉਹ ਸਾਰਿਆਂ ਨੂੰ ਮਜ਼ਦੂਰ ਬਣਾ ਕੇ ਛੱਡੇਗਾ। ਉਹ ਇਕੱਲੇ ਕਿਸਾਨ ਨਹੀਂ ਬਣਨਗੇ, ਉਹਨਾਂ ਦੀ ਜ਼ਮੀਨਾਂ ਹੜੱਪ ਕਰਕੇ ਇਹਨਾਂ ਨੇ ਜਦੋਂ ਆਪਣੇ ਜਿੱਦਾਂ ਪਤਾ ਹੀ ਹੈ ਸਾਰੇ ਲੋਕਾਂ ਨੂੰ ਕਿ ਕਿਸ ਤਰ੍ਹਾਂ ਫਸਲਾਂ ਕਰਾਉਣੀਆਂ ਨੇ ਜਾਂ ਚੱਕਣੀਆਂ ਨੇ, ਨਹੀਂ ਚੱਕਣੀਆਂ। ਹੁਣ ਮੱਧ ਪ੍ਰਦੇਸ਼ ਦੇ ਇੱਕ ਬਰਜੇਸ਼ ਪਟੇਲ ਦੀ ਜਿਹੜੀ ਹੈ ਬੜੀ ਵੀਡੀਓ ਵਾਇਰਲ ਹੋ ਰਹੀ ਆ। ਉਹ ਕਹਿੰਦਾ ਸੀ ਮੈਂ 20 ਏਕੜ ਦੇ ਵਿੱਚ ਅਡਾਨੀ ਦੇ ਫੋਰਚੂਨ ਵਾਸਤੇ ਧਾਨ ਉਗਾਉਂਦਾ ਸੀਗਾ, ਪਹਿਲੇ ਸਾਲ ਚੱਕ ਲਿਆ, ਦੂਜੇ ਸਾਲ ਕਹਿੰਦਾ ਮੈਂ ਹੁਣ ਤੱਕ ਮੈਂ ਰੁਲਦਾ ਫਿਰ ਰਿਹਾ, ਕਿਸੇ ਨੇ ਪੁੱਛਿਆ ਹੀ ਨਹੀਂ ਆ ਕੇ। ਅਤੇ ਮੈਂ ਟੈਸਟ ਵੀ ਕਰਵਾ ਲਈ, ਫਸਲ ਟੈਸਟ ਕਰਾਉਣ ਦਾ ਖਰਚਾ ਵੀ ਆਪ ਦੇਣਾ ਪੈ ਰਿਹਾ, ਰਿਪੋਰਟ ਉਹਨੂੰ ਮਿਲ ਨਹੀਂ ਰਹੀ, ਠੀਕ ਹੈ। ਵੱਡੀ ਮਾਤਰਾ 'ਚ ਹੈਸਕ ਆ ਗਿਆ ਧਾਨ ਦੀ ਫਸਲ ਦੇ ਵਿੱਚ, ਅਤੇ ਹੁਣ ਕਿਸੇ ਜੋਗਾ ਨਹੀਂ ਹੈਗਾ ਉਹ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਕਿਉਂ ਨਹੀਂ ਦਿਖ ਰਹੀਆਂ, ਉਹਨਾਂ ਨੂੰ ਕਿਵੇਂ ਕਲੀਅਰ ਕਰਨਗੇ, ਇਹ ਕਲੈਰੀਫਾਈ ਕਿਵੇਂ ਕਰਨਗੇ ਇਹ ਲੋਕਾਂ ਦੇ ਸਾਹਮਣੇ। ਸਿਆਸਤ ਪਹਿਲਾਂ ਹੀ ਛੱਡਣ ਨੂੰ ਤਿਆਰ ਬੈਠੇ ਨੇ, ਇਹ ਭੱਜਣ ਵਾਸਤੇ ਬੈਠੇ ਨੇ। ਜੋ ਇਹ ਹੁਣ ਇੱਕ ਬਿਆਨ ਆਉਂਦਾ ਰਾਜਨਾਥ ਸਿੰਘ ਦਾ ਕਿ 2 ਸਾਲਾਂ ਦੇ ਲਈ ਚਲਾ ਕੇ ਦੇਖ ਲਓ ਤੇ ਬਾਅਦ ਵਿੱਚ ਤੁਸੀਂ ਵਿਡਰਾ ਕਰ ਲਿਓ ਜੇ ਨਾ ਚੱਲੇ। 2 ਸਾਲ ਤੋਂ ਕਿਹਨੇ ਦੇਖੇ? ਵੈਸੇ ਚਾਹੀਦਾ ਤਾਂ ਪਰਮਿੰਦਰ ਜੀ, ਇਹ ਨਹੀਂ ਲੋਕਾਂ ਦੇ ਮਨਾਂ 'ਚ ਖਿਆਲ ਆਉਂਦਾ ਹੋਣਾ ਕਿ 2 ਸਾਲ ਆਪਣੀਆਂ ਜ਼ਮੀਨਾਂ ਦੇ ਉੱਤੇ ਕਰਕੇ ਦੇਖ ਲੈਣ। ਉਹ ਖੇਤੀ ਕਾਨੂੰਨ ਜਿੱਥੇ ਤੇ ਇਹਨਾਂ ਦੀਆਂ ਜ਼ਮੀਨਾਂ ਨੇ, ਇਹ ਆਪ ਉਹਨਾਂ ਨਾਲ ਸਮਝੌਤੇ ਕਰਕੇ ਦੇਖ ਲੈਣ, ਅੰਬਾਨੀ ਅਡਾਨੀ ਨਾਲ, ਉਹਨਾਂ ਦੇ ਸਾਈਲੋ ਨਾਲ। ਨਹੀਂ, ਇਹ ਸਮਝੌਤੇ ਕਿਵੇਂ ਕਰ ਸਕਦੇ ਨੇ? ਡਾਇਰੈਕਟ ਮਾਰਕੀਟਿੰਗ ਜੇ ਹੋ ਜੇ ਕਿਸਾਨਾਂ ਨੂੰ ਤਾਂ ਉਹਦਾ ਫਾਇਦਾ ਹੋ ਸਕਦਾ ਜਾਂ ਨਹੀਂ ਹੋ ਸਕਦਾ, ਕਿਸਾਨ ਆਗੂ ਦੱਸ ਸਕਦੇ ਨੇ। ਉਹਨਾਂ ਦੇ ਨਾਲ ਬੈਠ ਕੇ ਟੇਬਲ 'ਤੇ ਬਿੱਲ ਬਣਾਉਣ ਤੋਂ ਪਹਿਲਾਂ ਸਲਾਹ ਲੈਣੀ ਚਾਹੀਦੀ ਸੀਗੀ ਕਿ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਮਾਰਕੀਟ। ਕੱਲ੍ਹ ਮੋਦੀ ਸਾਹਿਬ ਵੀ ਬੋਲ ਰਹੇ ਸੀਗੇ ਉਹਦੇ ਵਿੱਚੋਂ ਕਿ ਕਹਿੰਦੇ ਕਿ ਆਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਹੈ ਕਿ ਇਹ ਵਿਰੋਧੀ ਪਾਰਟੀਆਂ, ਕਿਸਾਨਾਂ ਹਤੈਸ਼ੀ ਜਿਹੜੀਆਂ ਹੈ ਨਹੀਂ ਉਹ ਪਾਰਟੀਆਂ ਨੇ, ਉਹਨਾਂ ਪਾਰਟੀਆਂ ਨੇ ਇਹ ਜਿਹੜਾ ਅੰਦੋਲਨ ਸ਼ੁਰੂ ਕਰਿਆ ਹੋਇਆ। ਕਿਉਂਕਿ ਕਹਿੰਦਾ ਹੁਣ ਟੋਲ ਪਲਾਜ਼ੇ ਵਾਲੇ ਪਾਸੇ ਤੁਰੇ ਹੋਏ ਨੇ, ਕਹਿੰਦੇ ਵੀ ਟੋਲ ਪਲਾਜ਼ਿਆਂ ਦਾ ਤਾਂ ਮਤਲਬ ਹੀ ਨਹੀਂ, ਤੁਸੀਂ ਬਿੱਲਾਂ ਦੀ ਗੱਲ ਕਰੋ ਵੀ ਕਹਿੰਦਾ ਇੰਨਾ ਪੁਰਾਣਾ ਚੱਲਿਆ ਆ ਰਿਹਾ ਟੋਲ ਪਲਾਜ਼ੇ ਵਾਲਾ ਕੰਮ, ਵੀ ਉਹਨੂੰ ਤੁਸੀਂ ਬੰਦ ਕਰੀ ਬੈਠੇ ਹੋ। ਬੁੱਧੀਜੀਵੀ ਦੀ ਰਿਹਾਈ ਤੋਂ ਵੀ ਕਹਿੰਦੇ ਨੇ। ਹਾਂ, ਜੇ ਇਹਨਾਂ ਨੂੰ ਪੁੱਛਿਆ ਜਾਵੇ ਮੋਦੀ ਸਾਹਿਬ ਜਿਹੜਾ 100 ਸਾਲ ਤੋਂ ਮੰਡੀ ਵਾਲਾ ਸਿਸਟਮ ਚੱਲਿਆ ਰਿਹਾ ਸੀ, ਉਹਨੂੰ ਤੁਸੀਂ ਇੰਨੇ ਪੁਰਾਣੇ ਸਿਸਟਮ ਨੂੰ ਬੰਦ ਕਰ ਰਹੇ ਨੇ, ਇਹ ਟੋਲ ਪਲਾਜ਼ੇ ਨਹੀਂ ਬੰਦ ਕਰ ਸਕਦੇ ਤੇ ਤੁਸੀਂ ਜੋ ਮਰਜ਼ੀ ਕਰ ਦਿਓ। ਇਹਨਾਂ ਦਾ ਵਪਾਰ ਨਾ ਤੁਸੀਂ ਛੇੜੋ ਨਾ, ਇਹ ਗੱਲ ਤਾਂ ਇੱਥੋਂ ਹੈ। ਉਹ ਇਹਨਾਂ ਚੀਜ਼ਾਂ ਨੂੰ ਸਾਬਤ ਕਰਨ ਦੇ ਲਈ ਇੱਕ ਤਰਕ ਹੋਣਾ ਚਾਹੀਦਾ ਹੈ, ਕੋਈ ਸਿਸਟਮ ਹੋਣਾ ਚਾਹੀਦਾ ਜਿਹੜਾ ਯੂਨੀਅਨ ਦੇ ਆਗੂਆਂ ਨੂੰ, ਕਿਸਾਨਾਂ ਨੂੰ ਮਾਫ ਕਰ ਸਕੇ। ਇਹ ਲਾਰਿਆਂ ਨਾਲ ਨਹੀਂ ਹੱਲ ਹੋਣਾ, ਜਿੱਦਾਂ ਤੁਸੀਂ ਦਮਗਜੇ ਮਾਰਦੇ ਹੋ ਜਾਂ ਕਹਿ ਲਓ ਕਿ ਅਸੀਂ ਐਂ ਕਰ ਦਾਂਗੇ ਉਹ ਕਰ ਦਾਂਗੇ। ਇਹਨਾਂ ਨਾਲ ਕਿਸਾਨਾਂ ਦਾ ਢਿੱਡ ਨਹੀਂ ਭਰਨ ਵਾਲਾ। ਕਿਸਾਨ ਚਾਹੁੰਦੇ ਨੇ ਇੱਕ ਟੁੱਕ ਰੱਦ ਕਰਦੇ ਹੋ ਜਾਂ ਨਹੀਂ ਕਰਦੇ, ਤੁਸੀਂ ਰੱਦ ਕਰੋ, ਉਸ ਤੋਂ ਬਾਅਦ ਤੁਸੀਂ 2 ਸਾਲ ਕਹਿੰਦੇ ਲਾਗੂ ਕਰ ਲੈਣ ਦਿਓ। ਆਪਾਂ ਇੱਕ ਗੱਲ ਮੰਨ ਲੈਂਦੇ ਹਾਂ ਵੀ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਤੁਸੀਂ 2 ਸਾਲ ਦਾ ਸਮਾਂ ਦਿੰਦੇ ਤੁਹਾਨੂੰ,
ਤੁਹਾਡੇ ਨਾਲ ਦੁਬਾਰੇ ਬੈਠਕਾਂ ਕਰਾਂਗੇ, ਅਸੀਂ 2 ਸਾਲ ਹਲੇ ਲਾਗੂ ਨਹੀਂ ਕਰਦੇ। ਠੀਕ ਹੈ, ਤੁਸੀਂ ਸੋਚੋ, ਵਿਚਾਰੋ, ਦੁਬਾਰਾ ਮੀਟਿੰਗਾਂ ਕਰਦੇ ਹਾਂ ਅਸੀਂ, 50 ਮੀਟਿੰਗਾਂ ਕਰੋ, ਅਸੀਂ ਨਹੀਂ ਲਾਗੂ ਕਰਦੇ ਜਦੋਂ ਤੱਕ ਕਿਸਾਨ ਨਹੀਂ ਚਾਹੁੰਦੇ। ਇਹ ਗੱਲ ਕਰਨ ਕਿ ਕਿਸਾਨ ਨਹੀਂ ਚਾਹੁੰਦੇ, ਅਸੀਂ ਨਹੀਂ ਲਾਗੂ ਕਰਦੇ, ਕਿਸਾਨਾਂ ਨੂੰ ਬੁਲਾ ਕੇ ਚਾਹੇ 100 ਮੀਟਿੰਗਾਂ ਕਰੋ, ਜਦੋਂ ਸੈਟੀਸਫਾਈ ਹੋ ਗਏ ਫਿਰ ਕਰ ਦਿਓ। ਪਹਿਲਾਂ ਲਾਗੂ ਕਰ ਦਿਓ ਕਹਿੰਦੇ ਫਿਰ ਖਤਮ ਕਰਾਂਗੇ, ਇਹ ਕੀ ਮਤਲਬ? ਬਿਲਕੁਲ ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਦੇ ਲਈ ਫਿਲਹਾਲ ਨਹੀਂ, ਤੁਹਾਡਾ ਪ੍ਰੋਗਰਾਮ ਬਾਰੇ ਕੀ ਕਹਿਣਾ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਸਾਨੀ ਅੰਦੋਲਨ ਦੇ ਮੌਜੂਦਾ ਜੋ ਚੱਲ ਰਹੀਆਂ ਨੇ ਖਬਰਾਂ ਅਤੇ ਅਗਲੇ ਸਮੇਂ ਦੇ ਵਿੱਚ ਸਰਕਾਰ ਦੀ ਨੀਤੀ ਅਤੇ ਨੀਅਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ, ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।